ਵਾਹਿਗੁਰੂ ਸਾਹਿਬ ਜੀ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ। ਕੰਚਨ ਮਾਟੀ ਮਾਨੈ ਧੰਨ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਿਲਾ ਪੰਜਵਾ। ਨਰਕ ਘੋਰ ਬਹੁ ਦੁੱਖਣੇ, ਅਕਿਰਤ ਘਣਾ ਕਾ ਥਾਨ। ਤਿਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੋਹਿ ਹਰਾਮ। ਮਹਿਲਾ ਪੰਜਵਾ। ਅਵਕਦ ਸਭੇ ਕੀਤੇ ਅਨ, ਨਿੰਦਕ ਕਾ ਦਾਰੂ ਨਾਹੇ। ਆਪ ਭੁਲਾਏ ਨਾਨਕਾ, ਪਚ ਪਚ ਜੋਨੀ ਪਾਹੇ। ਪੌੜੀ। ਤੁਸ ਦਿੱਤਾ ਪੂਰੈ ਸਤਿਗੁਰੂ, ਹਰ ਧਨ ਸਚ ਅਖੂਟ। ਸਭ ਅੰਦੇਸ਼ਾ ਮਿਟ ਗਏ, ਜਮ ਕਾ ਭਾਉ ਛੂਟ। ਸਭ ਅੰਦੇਸੇ ਮਿਟ ਗਏ, ਜਮ ਕਾ ਭਾਉ ਛੁਟ। ਕਾਮ ਕ੍ਰੋਧ ਬੁਰਾਈਆਂ, ਸੰਗ ਸਾਧੂ ਟੁੱਟ। ਬਿਨ ਸੱਚੇ ਦੂਜਾ ਸੇਵੰਦੇ, ਹੋਏ ਮਰਸਨ ਬੁੱਟ। ਨਾਨਕ ਕਉ ਗੁਰ ਬਖਸ਼ਿਆ, ਨਾਮੈ ਸੰਗ ਜੁਟ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋਂ ਬਹੁਤ ਹੀ ਵਡਭਾਗੇ ਹਾਂ, ਜੋ ਕਿ ਰੋਜ਼ਾਨਾ ਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਚੱਲ ਰਹੀ ਲੜੀਵਾਰ ਕਥਾ ਵਿਚਾਰ, ਗੌੜੀ ਕੀ ਬਾਰ, ਮਹਿਲਾ ਚੌਥਾ। ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 315। ਆਓ ਗੁਰਮੁਖੋ, ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਦਰਬਾਰ ਅੰਦਰ ਜੁੜ ਕੇ ਸੱਜ ਕੇ ਬੈਠੀ ਹੈ, ਸਾਰੀ ਸੰਗਤ ਇਕਾਗਰਤਾ ਬਣਾਓ ਜੀ। ਆਓ ਗੁਰਮੁਖੋ, ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਉਹਨਾਂ ਦੇ ਸ਼ਲੋਕ ਨੇ ਜੀ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਸ਼ਲੋਕ ਅੰਦਰ ਕਹਿ ਰਹੇ ਨੇ, ਨਰਕ ਘੋਰ ਬਹੁ ਦੁੱਖਣੇ, ਅਕਿਰਤ ਘਣਾ ਕਾ ਥਾਨ। ਤਿਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੋਏ ਹਰਾਮ। ਪਾਤਸ਼ਾਹ ਜੀ ਇੱਥੇ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ ਜੀ, ਪਾਤਸ਼ਾਹ ਜੀ ਕਹਿ ਰਹੇ ਅਕਿਰਤ ਘਣ ਬੰਦੇ ਬਾਰੇ, ਅਕਿਰਤ ਘਣ ਮਨੁੱਖ ਬਾਰੇ ਸਮਝਾ ਰਹੇ ਨੇ। ਅਕਿਰਤ ਘਣ ਕੌਣ ਹੁੰਦਾ ਪਹਿਲਾਂ ਇਹ ਸਮਝੋ।
ਕੀਤੇ ਉਪਕਾਰ ਨੂੰ ਵਿਸਾਰਨ ਵਾਲਾ, ਦਾਤਾਰ ਨੂੰ ਪਰਮਾਤਮਾ ਨੂੰ ਭੁਲਾਉਣ ਵਾਲਾ। ਬੰਦਾ ਕਿਸੇ ਦੇ ਕੀਤੇ ਕੰਮ ਨੂੰ ਜਿਹੜਾ ਵਿਸਾਰ ਦਿੰਦਾ ਨਾ, ਮੰਨੋ ਇੱਕ ਸਿੰਪਲ ਜੀ ਉਦਾਹਰਨ ਦੇਵਾਂ, ਜ਼ਿੰਦਗੀ ਦੇ ਵਿੱਚ ਕਈ ਲੋਕ ਸਾਡੇ ਬਹੁਤ ਵਾਰ ਕੰਮ ਆਉਂਦੇ ਨੇ, ਸਾਡੇ ਮਿੱਤਰ ਪਿਆਰੇ, ਸਾਡੇ ਦੋਸਤ ਮਿੱਤਰ ਜ਼ਿੰਦਗੀ ਵਿੱਚ ਔਖੇ ਸਮੇਂ ਸਾਡੇ ਬਹੁਤ ਵਾਰੋਂ ਕੰਮ ਆਉਂਦੇ ਨੇ, ਮੋਢੇ ਨਾਲ ਮੋਢਾ ਲਾ ਕੇ ਚੱਲਦੇ ਨੇ, ਖੜਦੇ ਨੇ। ਇਹ ਕਿਰਤਘਣ ਬੰਦਾ ਉਹ ਹੁੰਦਾ ਜਿਹੜਾ ਉਹਨਾਂ ਬੰਦਿਆਂ ਨੂੰ, ਉਸ ਮਨੁੱਖ ਨੂੰ ਵਿਸਾਰ ਦਿੰਦਾ ਹੈ, ਕੰਮ ਲੈ ਕੇ ਆਪਣਾ ਮਤਲਬ ਕੱਢ ਕੇ ਉਹਨੂੰ ਭੁਲਾ ਦਿੰਦਾ ਹੈ, ਉਹਨੂੰ ਕਿਰਤਘਣ ਕਹਿੰਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਇੱਥੇ ਅਕਿਰਤਘਣ ਬਾਰੇ ਕਹਿ ਰਹੇ ਨੇ, ਜਿਹਨੇ ਦਾਤਾਰ ਨੂੰ ਭੁਲਾ ਦਿੱਤਾ, ਉਹਦੇ ਕੀਤੇ ਉਪਕਾਰ ਨੂੰ ਭੁਲਾ ਦਿੱਤਾ, ਉਹ ਕਿਰਤਘਣ ਹੈ। ਸਤਿਗੁਰੂ ਮਹਾਰਾਜ ਤੋਂ ਪੁੱਛੀਏ, ਪਾਤਸ਼ਾਹ ਦੁਨੀਆ ਦੇ ਉੱਤੇ, ਸੰਸਾਰ ਦੇ ਉੱਤੇ ਕਿੰਨੇ ਕੁ ਕਿਰਤਘਣ ਨੇ? ਮਹਾਰਾਜ ਨੇ ਬਾਣੀ ਵਿੱਚ ਇਹ ਗੱਲ ਆਖੀ। ਸ਼ੇਖ ਫਰੀਦ ਜੀ ਆਪਣੇ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਕਹਿ ਰਹੇ ਨੇ, ਸ਼ੇਖ ਫਰੀਦ ਜੀ ਦਾ ਇੱਕ ਆਪਾਂ ਬਚਨ ਪੜ੍ਹਦੇ ਹਾਂ ਜੀ। ਸ਼ੇਖ ਫਰੀਦ ਜੀ ਕਹਿੰਦੇ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮਖੌਰ ਸੇ ਕੰਢੇ ਕੱਚਿਆ। ਪਾਤਸ਼ਾਹ ਜੀ ਕਹਿੰਦੇ ਇੱਕ ਉਹ ਲੋਕ ਨੇ ਜਿਨ੍ਹਾਂ ਦਾ ਦਿਲ ਕਰਕੇ ਸਤਿਗੁਰੂ ਨਾਲ ਪਿਆਰ ਬਣਿਆ ਹੋਇਆ ਹੈ, ਜਿਹੜੇ ਮਨ ਕਰਕੇ ਸੱਚਮੁੱਚ, ਪਾਤਸ਼ਾਹ ਜੀ ਕਹਿੰਦੇ ਸੱਚਮੁੱਚ ਉਸ ਵਾਹਿਗੁਰੂ ਨਾਲ ਜੁੜ ਜਾਂਦੇ ਨੇ, ਉਹਨਾਂ ਨੂੰ ਸੱਚੇ ਗਿਣਦੇ ਨੇ ਗੁਰੂ ਸਾਹਿਬ ਜੀ। ਉਹ ਸੁਰਖਰੂ ਹੋ ਜਾਂਦੇ ਨੇ, ਪੂਰੇ ਹੋ ਜਾਂਦੇ ਨੇ। ਇੱਕ ਉਹ ਲੋਕ ਨੇ ਮਹਾਰਾਜ ਕਹਿੰਦੇ, ਜਿਨ ਮਨ ਹੋਰ ਮਖੌਰ ਤੇ ਕੰਢੇ ਕੱਚਿਆ। ਐਸੇ ਲੋਕ ਵੀ ਅਸੀਂ ਉਂਗਲਾਂ ਤੇ ਗਿਣ ਸਕਦੇ ਹਾਂ ਜੀ, ਜਿਹੜੇ ਮਨ ਤੋਂ ਕੁਝ ਹੋਰ ਨੇ ਤੇ ਮੂੰਹ ਤੋਂ ਕੁਝ ਹੋਰ ਨੇ। ਅਕਸਰ ਆਪਾਂ ਨੂੰ ਮਿਲਦੇ ਨੇ ਲੋਕ, ਮਨ ਵਿੱਚੋਂ ਮਿੱਠੀਆਂ ਗੱਲਾਂ, ਮੂੰਹ ਜਿਹੜਾ ਪਾਤਸ਼ਾਹ ਜੀ ਕਹਿ ਰਹੇ ਨੇ, ਮੂੰਹ ਤੋਂ ਮਿੱਠੀਆਂ ਗੱਲਾਂ ਅਤੇ ਮਨ ਵਿੱਚ ਜ਼ਹਿਰ ਪਾਲੀ ਬੈਠੇ ਨੇ। ਸੇ ਕਾਂਡੇ ਕੱਚੇ ਆ। ਅੱਗੇ ਫਰੀਦ ਜੀ ਕਹਿੰਦੇ, ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ। ਉਹਨਾਂ ਨੇ ਇੱਕ ਸ਼ਬਦ ਵਰਤਿਆ ਜੀ, ਬਿਸਰਿਆ ਜਨ ਨਾਮ ਤੇ ਭੋਏ ਭਾਰ ਥੀਏ। ਗੱਲ ਇੱਥੇ ਉਹਨਾਂ ਲੋਕਾਂ ਦੀ ਹੈ, ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਨਾਮ ਵਿਸਰ ਗਿਆ ਨਾ ਤੇਰਾ ਵਾਹਿਗੁਰੂ, ਉਹ ਧਰਤੀ ਦੇ ਉੱਤੇ ਭਾਰ ਨੇ। ਇੱਕ ਸਵਾਲ ਅਕਸਰ ਪੈਦਾ ਹੁੰਦਾ ਜੀ, ਧਰਤੀ ਦੇ ਉੱਤੇ ਅਸੀਂ ਕਿੰਨਾ ਕੁਝ ਉਸਾਰ ਲਿਆ, ਕਿੰਨਾ ਕੁਝ ਬਣਾ ਲਿਆ, ਕਿੱਡੀਆਂ ਕਿੱਡੀਆਂ ਕੋਠੀਆਂ, ਕਿੱਡੇ ਕਿੱਡੇ ਬੰਗਲੇ ਬਣਾ ਲਏ ਅਸੀਂ ਨੇ, ਕਿੰਨੇ ਕਾਰੋਬਾਰ ਇਸ ਧਰਤੀ ਦੇ ਉੱਤੇ ਚੱਲਦੇ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ। ਭਾਈ ਗੁਰਦਾਸ ਨੇ ਇੱਕ ਵਿਅੰਗ ਦੇ ਵਿੱਚ ਬੜੀ ਪਿਆਰੀ ਗੱਲ ਕੀਤੀ। ਭਾਈ ਗੁਰਦਾਸ ਜੀ ਧਰਤੀ ਨੂੰ ਪੁੱਛ ਰਹੇ ਨੇ, ਤੇਰੇ ਉੱਤੇ ਇੰਨਾ ਕੁਝ ਉਸਾਰਿਆ, ਤੇਰੇ ਉੱਤੇ ਇੰਨਾ ਕੁਝ ਬਣਾ ਲਿਆ, ਤੈਨੂੰ ਇਹਨਾਂ ਚੀਜ਼ਾਂ ਦਾ ਭਾਰ ਨਹੀਂ ਲੱਗਦਾ? ਅੱਗੇ ਭਾਈ ਗੁਰਦਾਸ ਜੀ ਇੱਕ ਵਿਅੰਗ ਦੇ ਵਿੱਚ ਗੱਲ ਕਰਦੇ ਨੇ, ਧਰਤੀ ਪੁਕਾਰ ਉੱਠਦੀ ਹੈ, ਧਰਤੀ ਕਹਿੰਦੀ ਹੈ, ਨਾ ਤਿਸ ਭਾਰੇ ਪਰਬਤਾਂ ਆਕਾਸ਼ ਖੰਦੇ। ਬੜੇ ਬੜੇ ਪਰਬਤਾਂ ਦਾ ਭਾਰ ਨਹੀਂ ਹੈ, ਬੜੇ ਬੜੇ ਪਦਾਰਥਾਂ ਦਾ ਭਾਰ ਨਹੀਂ ਹੈ। ਇਸ ਬਾਰ ਦਾ ਜਿਹੜਾ ਨਿਚੋੜ ਦਿੱਤਾ ਨਾ ਭਾਈ ਗੁਰਦਾਸ ਨੇ, ਭਾਈ ਗੁਰਦਾਸ ਦੀਆਂ 12 ਜਦੋਂ ਪੜ੍ਹਦੇ ਹਾਂ ਜੀ, ਭਾਈ ਗੁਰਦਾਸ ਜੀ ਕਹਿੰਦੇ, ਭਾਰੇ ਭੂਏ ਅਕਿਰਤ ਘਣ ਮੰਦੀ ਹੂੰ ਮੰਦੇ। ਭਾਈ ਗੁਰਦਾਸ ਜੀ ਕਹਿੰਦੇ ਧਰਤੀ ਨੂੰ ਅਕਿਰਤ ਘਣ ਬੰਦੇ ਦਾ ਭਾਰ ਆ, ਜਿਹੜਾ ਪਰਉਪਕਾਰ ਭੁਲਾ ਦਿੰਦਾ ਹੈ। ਜਿਹੜਾ ਹੁਣ ਜੇ ਰੱਬ ਦੇ ਪਰਉਪਕਾਰਾਂ ਦੀ ਗੱਲ ਕਰਾਂਗੇ, ਰੱਬ ਦੇ ਪਰਉਪਕਾਰ ਤਾਂ ਬਹੁਤ ਨੇ ਜੀ, ਜਿਹੜੇ ਗਿਣੇ ਨਹੀਂ ਜਾ ਸਕਦੇ। ਅਕਿਰਤ ਘਣ ਬੰਦਾ ਉਹ ਆ ਜਿਹੜਾ ਰੱਬ ਦੇ ਪਰਉਪਕਾਰਾਂ ਨੂੰ ਭੁਲਾ ਕੇ ਬੈਠੇ ਆ, ਜਿਹੜਾ ਇੱਕ ਪ੍ਰਮਾਤਮਾ ਦਾ ਪੱਲਾ ਛੱਡ ਕੇ ਦਰ ਦਰ ਤੇ ਭਟਕਦਾ ਫਿਰਦਾ। ਅਕਿਰਤ ਘਣ ਕਿਹਾ ਬਾਣੀ ਨੇ ਉਹਨੂੰ। ਕਿਸੇ ਚੀਜ਼ ਦਾ ਭਾਰ ਨਹੀਂ ਧਰਤੀ ਕਹਿੰਦੀ। ਜੇ ਭਾਰ ਹੈ ਤਾਂ ਮੈਨੂੰ ਅਕਿਰਤ ਘਣ ਬੰਦੇ ਦਾ ਭਾਰ ਹੈ, ਜਿਹਨੂੰ ਸਭ ਕੁਝ ਦੇ ਵੀ ਦਿੱਤਾ, ਪਦਾਰਥ ਵੀ ਮਿਲ ਗਏ, ਪਰਿਵਾਰ ਵੀ ਮਿਲ ਗਿਆ, ਸਭ ਕੁਝ ਮਿਲ ਗਿਆ, ਪਰ ਕਦੇ ਸ਼ੁਕਰਾਨਾ ਨਹੀਂ ਕਰਦਾ। ਐਸੇ ਲੋਕ ਹੁੰਦੇ ਨੇ ਜੀ, ਕਦੇ ਸ਼ੁਕਰਾਨਾ ਨਹੀਂ ਕਰਦੇ ਉਹ ਪਰਮਾਤਮਾ ਦਾ। ਉਹਨਾਂ ਨੂੰ ਗੁਰੂ ਸਾਹਿਬ ਦੀ ਬਾਣੀ ਅਕਿਰਤ ਘਣ ਕਹਿੰਦੀ ਹੈ। ਪਰਉਪਕਾਰ ਭੁਲਾਉਣ ਵਾਲਾ ਅਸਲ ਅਕਿਰਤ ਘਣ ਹੁੰਦਾ ਹੈ। ਪਾਤਸ਼ਾਹ ਜੀ ਇੱਥੇ ਜਿਹੜੀ ਆਪਾਂ ਨੂੰ ਸ਼ਲੋਕ ਅੰਦਰ ਵਿਚਾਰ ਦੱਸ ਰਹੇ ਨੇ, ਪਾਤਸ਼ਾਹ ਜੀ ਕਹਿੰਦੇ, ਨਰਕ ਘੋਰ ਬਹੁਤ ਦੁੱਖ ਘਣੇ, ਅਕਿਰਤ ਘਣਾ ਕਾ ਥਾਨ।
ਅਕਿਰਤ ਘਣਾ ਦਾ ਜਿਹੜਾ ਥਾਨ ਹੈ ਨਾ, ਜਿਹੜੀ ਥਾਂ ਹੈ, ਉਹ ਹਰ ਵੇਲੇ ਨਰਕ ਦੇ ਵਿੱਚ ਪਏ ਰਹਿੰਦੇ ਨੇ। ਨਰਕ ਕਿਹਨੂੰ ਕਿਹਾ ਜਾਂਦਾ ਜੀ? ਦੁੱਖਾਂ ਤੇ ਕਲੇਸ਼ਾਂ ਨੂੰ। ਜਿੱਥੇ ਦੁੱਖ ਕਲੇਸ਼ ਹੁੰਦੇ ਨੇ ਉਹ ਨਰਕ ਹੀ ਹੁੰਦਾ। ਗੁਰਬਾਣੀ ਸਾਡੀ ਵਿਚਾਰ, ਆਪਾਂ ਗੁਰਬਾਣੀ ਦੀ ਵਿਚਾਰ ਪੜ੍ਹਦੇ ਹਾਂ, ਸਾਡੇ ਗੁਰੂ ਸਾਹਿਬਾਨਾਂ ਦੀ ਵਿਚਾਰ ਪੜ੍ਹਦੇ ਹਾਂ, ਗੁਰਬਾਣੀ ਨੇ ਮਰਨ ਤੋਂ ਬਾਅਦ ਵਾਲਾ ਕੋਈ ਨਰਕ ਸਵਰਗ ਨਹੀਂ ਸਾਡੇ ਸਾਹਮਣੇ ਰੱਖਿਆ। ਇਹ ਗੱਲ ਥੋੜਾ ਧਿਆਨ ਨਾਲ ਸਮਝਿਓ ਜੀ, ਵਿਚਾਰ ਮੰਗਦੀ ਹੈ ਇਹ ਗੱਲ। ਸਤਿਗੁਰੂ ਮਹਾਰਾਜ ਨੇ ਮਰਨ ਤੋਂ ਬਾਅਦ ਵਾਲਾ ਨਾ ਸਾਨੂੰ ਕੋਈ ਲਾਲਚ ਦਿੱਤਾ, ਨਾ ਸਾਨੂੰ ਕੋਈ ਡਰਾਵਾ ਦਿੱਤਾ। ਠੀਕ ਹੈ, ਕਿਸੇ ਵੱਖਰੇ ਆਪਾਂ ਮਤ ਦੀ ਗੱਲ ਕਰ ਲਓ, ਧਰਮ ਦੀ ਗੱਲ ਕਰ ਲਓ, ਉਹਨਾਂ ਦਾ ਮੰਨਣਾ ਹੋ ਸਕਦਾ ਹੈ। ਹਰ ਇੱਕ ਧਰਮ ਦੀ ਵੱਖੋ ਵੱਖਰੀ ਵਿਚਾਰ ਹੋ ਸਕਦੀ ਹੈ, ਪਰ ਸਤਿਗੁਰੂ ਮਹਾਰਾਜ ਨੇ ਜਦੋਂ ਇਹ ਗੱਲ ਆਖੀ ਨਾ, ਨਰਕ ਘੋਰ ਦੁੱਖ ਘਣੇ, ਪਾਤਸ਼ਾਹ ਜੀ ਕਹਿੰਦੇ ਜਿਉਂਦੇ ਜੀ ਮਨੁੱਖ ਇਸ ਨਰਕ ਦੇ ਵਿੱਚ ਪਿਆ ਹੈ। ਜਿਉਂਦੇ ਜੀ ਇਹ ਮਨੁੱਖ ਨਰਕ ਭੋਗ ਰਿਹਾ, ਜਿੱਥੇ ਹਰ ਵੇਲੇ ਦੁੱਖ ਨੇ, ਹਰ ਵੇਲੇ ਕਲੇਸ਼ ਹੈ, ਹਰ ਵੇਲੇ ਲੜਾਈ ਝਗੜਾ, ਉਹ ਨਰਕ ਹੀ ਹੁੰਦਾ ਜੀ। ਨਰਕ ਕਿਤੋਂ ਦੇਖਣਾ ਨਹੀਂ ਪੈਂਦਾ, ਮਨੁੱਖ ਜਿਉਂਦੇ ਜੀ ਨਰਕ ਦੇਖ ਲੈਂਦਾ। ਸਤਿਗੁਰੂ ਮਹਾਰਾਜ ਕਹਿੰਦੇ ਅਕਿਰਤ ਘਣਾ ਕਾ ਥਾਨ, ਅਕਿਰਤ ਘਣਾ ਦੀ ਥਾਂ ਪਤਾ ਕਿੱਥੇ ਹੈ? ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਥਾਂ ਨਰਕਾਂ ਦੇ ਵਿੱਚ ਹੈ, ਨਰਕ ਭੋਗ ਰਹੇ ਨੇ। ਉਹਨਾਂ ਦੀ ਥਾਂ ਮਹਾਰਾਜ ਕਹਿੰਦੇ ਦੁੱਖਾਂ ਦੇ ਵਿੱਚ ਹੈ, ਕਲੇਸ਼ਾਂ ਦੇ ਵਿੱਚ ਹੈ। ਅੱਗੇ ਮਹਾਰਾਜ ਕਹਿੰਦੇ ਤਿੰਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੋਏ ਹਰਾਮ। ਪਾਤਸ਼ਾਹ ਜੀ ਕਹਿੰਦੇ ਇਹਨਾਂ ਦੁੱਖਾਂ ਵਿੱਚ ਖੁਆਰ ਹੋ ਕੇ, ਇਹਨਾਂ ਨਰਕਾਂ ਦੇ ਵਿੱਚ ਖੁਆਰ ਹੋ ਕੇ ਉਹ ਮਰਦੇ ਰਹਿੰਦੇ ਨੇ, ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲਦਾ। ਪਾਤਸ਼ਾਹ ਜੀ ਇੱਥੇ ਹੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਖੁਆਰ ਹੋ ਕੇ ਆਤਮਿਕ ਤੌਰ ਤੇ ਮਰ ਜਾਂਦੇ ਨੇ ਗੁਰੂ ਵੱਲੋਂ। ਅੱਗੇ ਸਤਿਗੁਰੂ ਮਹਾਰਾਜ ਅਗਲੇ ਸ਼ਲੋਕ ਅੰਦਰ ਕਹਿ ਰਹੇ ਨੇ ਜੀ, ਮਹਿਲਾ ਪੰਜਵਾ, ਅਵਖਦ ਸਭੇ ਕੀਤੇ ਹਨ, ਨਿੰਦਕ ਕਾ ਦਾਰੂ ਨਾਹੇ। ਅਵਖਦ ਦਾ ਅਰਥ ਹੁੰਦਾ ਜੀ ਦਵਾਈ। ਪਾਤਸ਼ਾਹ ਜੀ ਕਹਿ ਰਹੇ ਨੇ, ਆਪ ਭੁਲਾਏ ਨਾਨਕਾ, ਪਚ ਪਚ ਜੋਨੀ ਪਾਹੇ। ਸਾਰੇ ਰੋਗਾਂ ਦੇ ਦਾਰੂ ਉਸ ਪ੍ਰਭੂ ਨੇ ਬਣਾਏ ਹਨ। ਉਸ ਮਾਲਕ ਨੇ ਸਾਰੇ ਰੋਗਾਂ ਦੇ, ਜਿੰਨੇ ਰੋਗ ਲੱਗੇ ਹੋਏ ਨੇ ਨਾ, ਸਾਰੇ ਰੋਗਾਂ ਦਾ ਦਵਾ ਬਣਾਇਆ। ਦਾਰੂ ਦਾ ਅਰਥ ਦਵਾ, ਦਵਾਈ। ਪਾਤਸ਼ਾਹ ਜੀ ਕਹਿੰਦੇ ਪਰ ਨਿੰਦਕ ਦੇ ਨਿੰਦਾ ਰੋਗ ਦਾ ਕੋਈ ਇਲਾਜ ਨਹੀਂ ਹੋ ਸਕਦਾ। ਜਿਹੜਾ ਬੰਦਾ ਨਿੰਦਕ ਬਣ ਜਾਂਦਾ ਨਾ, ਜਿਹਨੂੰ ਨਿੰਦਿਆ ਕਰਨ ਦੀ ਆਦਤ ਪੈ ਜਾਵੇ, ਜਿਹਨੂੰ ਚੁਗਲੀ ਕਰਨ ਦੀ ਆਦਤ ਪੈ ਜਾਵੇ, ਤੁਸੀਂ ਉਹਦੇ ਮੂਹਰੇ ਕਿੰਨੇ ਮਰਜ਼ੀ ਉਹਨੂੰ ਪਾਠ ਸੁਣਾਈ ਜਾਓ, ਕਿੰਨੀਆਂ ਮਰਜ਼ੀ ਉਹਦੇ ਕੋਲ ਉੱਚੀਆਂ ਉੱਚੀਆਂ ਵਿਚਾਰਾਂ ਰੱਖੀ ਜਾਓ, ਉਹ ਬਦਲਿਆ ਨਹੀਂ ਕਰਦਾ। ਸਤਿਗੁਰੂ ਮਹਾਰਾਜ ਕਹਿੰਦੇ ਨਿੰਦਕ ਦਾ ਕੋਈ ਦਵਾ ਨਹੀਂ ਹੁੰਦਾ, ਨਿੰਦਕ ਦੀ ਕੋਈ ਦਵਾਈ ਨਹੀਂ ਹੁੰਦੀ। ਪਾਤਸ਼ਾਹ ਜੀ ਕਹਿ ਰਹੇ ਨੇ, ਅਵਖਦ ਸਭੇ ਕੀਤੀਆਂ, ਨਿੰਦਕ ਕਾ ਦਾਰੂ ਨਾਹੇ। ਆਪ ਭੁਲਾਏ ਨਾਨਕਾ, ਪਚ ਪਚ ਜੋਨੀ ਪਾਏ। ਕਿਉਂਕਿ ਪ੍ਰਮਾਤਮਾ ਨੇ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ, ਪ੍ਰਮਾਤਮਾ ਦੇ ਹੁਕਮ ਦੇ ਅਨੁਸਾਰ, ਆਪਣੇ ਕੀਤੇ ਕਰਮਾਂ ਦੇ ਅਨੁਸਾਰ ਨਿੰਦਕ ਖੱਪ ਖੱਪ ਕੇ ਬਹੁਤ ਤਰ੍ਹਾਂ ਦੀਆਂ ਜੂਨੀਆਂ ਭੋਗਦੇ ਨੇ। ਨਿੰਦਕ ਲੋਕ ਖੱਪ ਖੱਪ ਕੇ, ਪਾਤਸ਼ਾਹ ਜੀ ਕਹਿੰਦੇ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਇਹਨਾਂ ਨੇ ਭੋਗ ਲਈਆਂ। ਇੱਥੇ ਸਤਿਗੁਰੂ ਮਹਾਰਾਜ ਨੇ ਜਿਹੜੀ ਸਾਡੇ ਸਨਮੁਖ ਵਿਚਾਰ ਰੱਖੀ ਹੈ ਜੀ, ਬਹੁਤ ਵਾਰ ਬਾਣੀ ਦੇ ਵਿੱਚ ਆਪਾਂ ਇਹ ਬਚਨ ਪੜ੍ਹਿਆ। ਪਾਤਸ਼ਾਹ ਦੀ ਮੁਬਾਰਕ ਬਾਣੀ ਜਦੋਂ ਅਸੀਂ ਪੜ੍ਹਦੇ ਵਿਚਾਰਦੇ ਹਾਂ, ਇਸ ਨਿੰਦਿਆ ਨੂੰ ਮਹਾਰਾਜ ਨੇ ਦੁਸ਼ਟੀ ਵੀ ਕਿਹਾ। ਬਹੁਤ ਬਚਨ ਬਾਣੀ ਦੇ ਵਿੱਚ ਵਾਰ-ਵਾਰ ਆਉਂਦੇ ਨੇ। ਇੱਥੇ ਸਤਿਗੁਰੂ ਮਹਾਰਾਜ ਆਤਮਿਕ ਤੌਰ ਤੇ ਗੱਲ ਕਰਦੇ ਨੇ ਜੀ, ਥੋੜਾ ਧਿਆਨ ਨਾਲ ਸਮਝਿਓ। ਜਿਵੇਂ ਸਰੀਰ ਨੂੰ ਕੋਈ ਰੋਗ ਲੱਗ ਜਾਂਦਾ ਨਾ, ਸਰੀਰ ਬਿਮਾਰ ਪੈ ਜਾਵੇ, ਸਰੀਰ ਨੂੰ ਕੋਈ ਬਿਮਾਰੀ ਲੱਗ ਜਾਵੇ, ਆਪਾਂ ਡਾਕਟਰ ਦੇ ਕੋਲ ਭੱਜ ਕੇ ਜਾਂਦੇ ਹਾਂ ਵੀ ਇਸ ਰੋਗ ਦਾ ਛੇਤੀ ਇਲਾਜ ਕਰ ਦੇ। ਡਾਕਟਰ ਇਲਾਜ ਕਰਦਾ। ਚੇਤੇ ਰੱਖਿਓ, ਧਿਆਨ ਰੱਖਿਓ, ਗੁਰੂ ਆ ਨਾ ਜਿਹੜਾ ਗੁਰੂ, ਉਹ ਸਾਡੇ ਮਨ ਦੇ ਰੋਗਾਂ ਦਾ ਇਲਾਜ ਕਰਦਾ ਹੈ। ਇਸ ਗੱਲ ਨੂੰ ਥੋੜਾ ਧਿਆਨ ਨਾਲ ਸਮਝੀਏ। ਠੀਕ ਹੈ, ਬਾਣੀ ਪੜ੍ਹ ਕੇ, ਬਾਣੀ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ, ਟਿਕਾ ਵਿੱਚ ਆ ਜਾਂਦਾ ਮਨ।
ਬੰਦੇ ਦੀ ਭਟਕਣਾ ਦੂਰ ਹੁੰਦੀ ਹੈ। ਇਸ ਗੱਲ ਨੂੰ ਧਿਆਨ ਨਾਲ ਪੱਲੇ ਬੰਨਿਓ। ਗੁਰਬਾਣੀ ਸਤਿਗੁਰ ਮਹਾਰਾਜ ਸਾਡੇ ਮਾਨਸਿਕ ਰੋਗਾਂ ਦਾ ਇਲਾਜ ਕਰਦੇ ਨੇ। ਮਾਨਸਿਕ ਤੌਰ ਤੇ ਕਈ ਵਾਰ ਬੰਦਾ ਸਰੀਰ ਕਰਕੇ ਕੋਈ ਰੋਗ ਹੋ ਜਾਵੇ ਨਾ, ਉੱਠ ਜਾਂਦਾ। ਸਰੀਰ ਨੂੰ ਕੋਈ ਰੋਗ ਲੱਗਿਆ ਹੋਵੇ, ਇਲਾਜ ਹੋ ਜਾਂਦਾ, ਉਹਦਾ ਠੀਕ ਹੋ ਜਾਂਦਾ। ਜੇ ਮਨ ਨੂੰ ਰੋਗ ਲੱਗ ਜੇ, ਮਨ ਦੇ ਰੋਗ ਦਾ ਕੋਈ ਇਲਾਜ ਨਹੀਂ ਕਰ ਸਕਦਾ। ਆਪਾਂ ਕਈ ਵਾਰ ਕਹਿੰਦੇ ਆ ਨਾ ਵੀ ਮਨ ਵਿੱਚ ਜੀ ਵਹਿਮ ਪੈ ਜਾਵੇ, ਵਹਿਮ ਦਾ ਕੋਈ ਇਲਾਜ ਹੈਗਾ ਜੀ? ਕੋਈ ਇਲਾਜ ਨਹੀਂ। ਇਸੇ ਤਰ੍ਹਾਂ ਜਦੋਂ ਮਨ ਅੰਦਰ ਕੋਈ ਰੋਗ ਬਹਿ ਗਿਆ ਨਾ, ਮਨ ਅੰਦਰ ਕੋਈ ਗੱਲ ਬਹਿ ਗਈ, ਆਮ ਕਰਕੇ ਆਪਾਂ ਸੰਸਾਰ ਦਾ ਵਰਤਾਰਾ ਰੋਜ਼ਾਨਾ ਵੇਖਦੇ ਹਾਂ ਜੀ। ਸਾਡੇ ਸਮਾਜ ਨੇ ਇੱਕ ਨਾਂ ਦਿੱਤਾ, ਵੇਖੋ ਜੀ ਇਹਨੂੰ ਕਸਰ ਚਿੰਬੜ ਹੋ ਗਈ, ਇਹਨੂੰ ਫਲਾਣੀ ਭੂਤ ਚਿੰਬੜ ਗਈ, ਇਹਨੂੰ ਪਤਾ ਨਹੀਂ ਕੀ ਚਿੰਬੜ ਗਿਆ। ਜੇ ਅਸੀਂ ਗੁਰਬਾਣੀ ਨੂੰ ਥੋੜ੍ਹਾ ਤਰੀਕੇ ਨਾਲ ਧਿਆਨ ਨਾਲ ਸਮਝਾਂਗੇ, ਪੜ੍ਹਾਂਗੇ, ਸਮਝ ਆਉਂਦੀ ਹੈ ਇਹ ਕੋਈ ਕਸਰ ਨਹੀਂ ਹੈ। ਇਹਨੂੰ ਮਾਨਸਿਕ ਤੌਰ ਤੇ ਇਹ ਡਿੱਗ ਗਿਆ ਬੰਦਾ, ਮਾਨਸਿਕ ਤੌਰ ਤੇ ਇਹ ਗੁਲਾਮ ਬਣ ਗਿਆ, ਡਿੱਗ ਗਿਆ, ਮਨ ਕਰਕੇ ਰੋਗੀ ਹੋ ਗਿਆ। ਇਸ ਕਰਕੇ ਇਹਨੂੰ ਆਹ ਦਿਨ ਦੇਖਣੇ ਪੈ ਰਹੇ ਨੇ। ਸਤਿਗੁਰ ਮਹਾਰਾਜ ਬਾਣੀ ਦੇ ਅੰਦਰ, ਮੈਂ ਅਕਸਰ ਆਪਾਂ ਲੜੀਵਾਰ ਵਿਚਾਰ ਜਿਹੜੀ ਆਪਾਂ ਕਰ ਰਹੇ ਹਾਂ ਜੀ, ਲੜੀਵਾਰ ਵਿਚਾਰ ਨਾਲ ਆਪਾਂ ਰੋਜ਼ਾਨਾ ਜੁੜਦੇ ਤਾਂ ਮੰਤਵ ਇਹੀ ਹੁੰਦਾ ਹੈ ਵੀ ਥੋੜ੍ਹਾ ਸਾਡਾ ਜਿਹੜਾ ਗਰਾਊਂਡ ਆ ਨਾ ਥੋੜ੍ਹਾ ਉੱਚਾ ਹੋਵੇ। ਗਰਾਊਂਡ ਪੱਧਰ ਤੇ ਅਸੀਂ ਬਹੁਤ ਨੀਵੇਂ ਜਾ ਚੁੱਕੇ ਹਾਂ, ਕਿਉਂਕਿ ਬਾਣੀ ਸਮਝਣ ਵੱਲ ਕੋਈ ਧਿਆਨ ਨਹੀਂ ਸਾਡਾ। ਇੱਕ ਫਾਰਮੈਲਿਟੀ ਜੀ ਹੋ ਗਈ ਵੀ ਚਲੋ ਜੀ ਨਮਸਕਾਰ ਕਰਤੀ, ਗੁਰਦੁਆਰੇ ਜਾ ਆਏ। ਪਰ ਅਸਲ ਜਿਹੜਾ ਸਾਡਾ ਮੇਨ ਮਕਸਦ ਆ ਨਾ, ਬਾਬੇ ਨਾਨਕ ਦੀ ਮੇਨ ਵਿਚਾਰ ਆ ਕਹਿ ਲਓ, ਗੁਰੂ ਗ੍ਰੰਥ ਸਾਹਿਬ ਦਾ ਮੇਨ ਫਲਸਫਾ ਹੈ, ਉਹ ਹੈ ਜ਼ਿੰਦਗੀ ਨੂੰ ਸਵਾਰਨਾ, ਆਪੇ ਨੂੰ ਸਵਾਰਨਾ। ਗੁਰਬਾਣੀ ਤੋਂ ਸੂਝ ਲੈ ਕੇ ਆਲੇ ਦੁਆਲੇ ਨੂੰ ਚੰਗਾ ਬਣਾਉਣਾ। ਇੱਕ ਗੁਰਬਾਣੀ ਪੜ੍ਹਨ ਵਾਲਾ ਗੁਰਸਿੱਖ ਪਿਆਰਾ ਆਪ ਵੀ ਉਹ ਸਬਰ ਗਿਆ ਅਤੇ ਦੂਜਿਆਂ ਨੂੰ ਵੀ ਸਵਾਰ ਦਿੰਦਾ। ਇਹ ਗੁਰਸਿੱਖ ਦੀਆਂ ਨਿਸ਼ਾਨੀਆਂ ਨੇ। ਗੁਰਸਿੱਖ ਬਾਰੇ ਮਹਾਰਾਜ ਨੇ ਬਾਣੀ ਵਿੱਚ ਖੁੱਲ੍ਹ ਕੇ ਬੜੇ ਸੋਹਣੇ ਕੀਮਤੀ ਵਿਚਾਰ ਦਿੱਤੇ ਨੇ। ਆਪਾਂ ਗੱਲ ਕਰਦੇ ਸੀ ਮਾਨਸਿਕ ਰੋਗ ਦੀ। ਗੁਰੂ ਸਾਡੇ ਮਨ ਦੇ ਰੋਗਾਂ ਦਾ ਇਲਾਜ ਕਰਦਾ ਹੈ। ਕਦੋਂ ਮਨ ਦੇ ਰੋਗਾਂ ਦਾ ਇਲਾਜ ਹੁੰਦਾ? ਜਦੋਂ ਸਾਡਾ ਪੂਰਨ ਵਿਸ਼ਵਾਸ, ਪੂਰਨ ਸ਼ਰਧਾ ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਤੇ ਬਣ ਗਈ। ਆਪਣੀ ਜ਼ਿੰਦਗੀ ਅੰਦਰੋਂ ਦੂਸਰਾ ਤੀਸਰਾ ਜੋ ਅਸੀਂ ਥਾਂ ਦੇ ਕੇ ਬੈਠੇ ਨਾ, ਸਭ ਕੁਝ ਤਿਆਗਣਾ ਪਊਗਾ। ਬਹੁਤ ਵਾਰ ਅਕਸਰ ਮੈਂ ਬੇਨਤੀ ਕਰਦਾ ਹੁੰਦਾ ਵੀ ਕਿੰਨੇ ਅੰਨ ਦੀ ਬਰਬਾਦੀ ਕੀਤੀ ਜਾਂਦੀ ਧਰਮ ਦੇ ਨਾਂ ਤੇ। ਇੱਥੇ ਧਰਮ ਦੇ ਨਾਂ ਤੇ ਸ਼ਰਾਬਾਂ ਚੜਾਈਆਂ ਜਾਂਦੀਆਂ ਨੇ। ਧਰਮ ਦਾ ਨਾਮ ਵਰਤ ਕੇ ਕਰਮ ਧਰਮ ਤੋਂ ਉਲਟ ਕੀਤੇ ਜਾਂਦੇ ਨੇ। ਇਹਨੂੰ ਸਾਡਾ ਸਮਾਜ ਧਰਮ ਮੰਨ ਕੇ ਬੈਠਾ। ਗਰਾਊਂਡ ਤੌਰ ਤੇ ਜੇ ਦੇਖੀਏ ਨਾ, ਬਹੁਤ ਨੀਵੇਂ ਪੱਧਰ ਤੇ ਜਾ ਚੁੱਕੇ ਹਾਂ ਅਸੀਂ। ਕਿਉਂਕਿ ਸਾਡੇ ਕੋਲ ਸ਼ਬਦ ਦੀ ਵਿਚਾਰ ਨਹੀਂ ਹੈ। ਜਿੰਨਾ ਚਿਰ ਸਾਡੇ ਕੋਲ ਸ਼ਬਦ ਦੀ ਵਿਚਾਰ ਨਹੀਂ ਆਉਂਦੀ, ਗੁਰਬਾਣੀ ਦੇ ਅਰਥਾਂ ਨੂੰ ਨਹੀਂ ਪੜ੍ਹਦੇ, ਉਨਾ ਚਿਰ ਸਮਾਜ ਸੋਹਣਾ ਨਹੀਂ ਬਣ ਸਕਦਾ। ਅਸਲੀਅਤ ਹੈ ਜੀ ਇਹ। ਸਤਿਗੁਰ ਮਹਾਰਾਜ ਇੱਥੇ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਅਵਕਤ ਸਭੇ ਕੀਤੇ ਹਨ ਨਿੰਦਕਾ ਦਾਰੂ ਨਾਹੇ, ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੇ। ਪਚ ਪਚ ਕੇ ਉਹ ਆਤਮਿਕ ਤੌਰ ਤੇ, ਮਾਨਸਿਕ ਤੌਰ ਤੇ ਜੂਨਾਂ ਦੇ ਵਿੱਚ ਭੋਗ ਪੈ ਜਾਂਦੇ ਨੇ। ਕਦੇ ਕਾਂ ਵਾਲੀ ਜੂਨ, ਕਦੇ ਕੁੱਤੇ ਵਾਲੀ ਜੂਨ, ਕਦੇ ਗਧੇ ਵਾਲੀ ਜੂਨ। ਇਹ ਗੱਲ ਚੇਤੇ ਰੱਖਿਓ, ਬੰਦਾ ਜਦੋਂ ਜੂਨਾਂ ਦੀ ਗੱਲ ਆਉਂਦੀ ਹੈ ਨਾ ਬਾਣੀ ਅੰਦਰ, 84 ਲੱਖ ਜੂਨਾਂ, ਜਾਂ ਜਦੋਂ ਆਪਾਂ ਡੀਪਲੀ ਸਟੱਡੀ ਕਰਦੇ ਹਾਂ ਬਾਣੀ ਤੇ, ਥੋੜ੍ਹਾ ਧਿਆਨ ਨਾਲ ਪੜ੍ਹਦੇ ਵਿਚਾਰਦੇ ਹਾਂ, ਸਾਨੂੰ ਸਮਝ ਆਉਂਦੀ ਹੈ ਮਹਾਰਾਜ ਨੇ ਪ੍ਰਚਲਿਤ ਕੁਝ ਮਿੱਥਾਂ ਵਰਤੀਆਂ ਨੇ, ਕੁਝ ਮੁਹਾਵਰੇ ਵਰਤੇ ਨੇ। ਬੰਦਾ ਜੂਨਾਂ ਮਨ ਕਰਕੇ ਭੋਗ ਲੈਂਦਾ, ਕਦੇ ਗਧਾ ਬਣ ਜਾਂਦਾ ਹੈ, ਕਦੇ ਕੁੱਤੇ ਵਾਲੀ ਜੂਨ, ਕਦੇ ਕਾਂ ਵਾਲੀ ਜੂਨ। ਬਿਰਤੀਆਂ ਦੇ ਨਾਮ ਨੇ ਜੀ। ਬਿਰਤੀਆਂ ਦੇ ਕਰਕੇ, ਮਾਨਸਿਕ ਤੌਰ ਤੇ ਮਨ ਕਰਕੇ ਬੰਦਾ ਜੂਨਾਂ ਭੋਗਦਾ ਹੈ। ਸਤਿਗੁਰ ਮਹਾਰਾਜ ਪੌੜੀ ਦੇ ਵਿੱਚ ਕਹਿ ਰਹੇ ਨੇ ਜੀ, ਅੱਗੇ ਪੰਜਵੇਂ ਪਾਤਸ਼ਾਹ ਜੀ ਕਹਿ ਰਹੇ ਨੇ, ਤੁਸ ਦਿੱਤਾ ਪੂਰੇ ਸਤਿਗੁਰੂ ਹਰ ਧਨ ਸੱਚ ਅਖੁੱਟ। ਜਿਨ੍ਹਾਂ ਮਨੁੱਖਾਂ ਨੂੰ ਪੂਰੇ ਸਤਿਗੁਰੂ ਨੇ ਸੱਚਾ ਨਾਮ ਧਨ ਦਿੱਤਾ, ਤਰੁੱਠ ਕੇ, ਖੁਸ਼ ਹੋ ਕੇ, ਜਿਹੜਾ ਕਦੇ ਮੁੱਕਦਾ ਨਹੀਂ। ਪਾਤਸ਼ਾਹ ਜੀ ਕਹਿੰਦੇ ਉਹ ਧਨ ਮੁੱਕਣ ਵਾਲਾ ਧਨ ਨਹੀਂ ਹੈ, ਅਤੇ ਉਸ ਧਨ ਨੂੰ ਪ੍ਰਾਪਤ ਕਰਕੇ ਮਨੁੱਖ ਖੁਸ਼ ਹੋ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਸਭ ਅੰਦੇਸ਼ੇ ਮਿਟ ਗਏ ਜਮ ਕਾ ਭਉ ਛੁੱਟ। ਨਾਮ ਰੂਪੀ ਧਨ ਪ੍ਰਾਪਤ ਕਰਕੇ, ਗੁਰਬਾਣੀ ਰੂਪੀ ਗਿਆਨ ਪ੍ਰਾਪਤ ਕਰਕੇ, ਸਿੰਪਲ ਸ਼ਬਦਾਂ ਵਿੱਚ ਕਹਾਂ
ਜਦੋਂ ਗੁਰਬਾਣੀ ਦੇ ਅਰਥਾਂ ਬਾਰੇ ਸਮਝ ਆ ਗਈ ਨਾ, ਮਹਾਰਾਜ ਕਹਿੰਦੇ ਫਿਰ ਚਿੰਤਾ ਮਿਟ ਜਾਂਦੀ ਹੈ। ਅੰਦੇਸ਼ੇ ਦਾ ਅਰਥ ਹੈ ਚਿੰਤਾ, ਜਮਾਂ ਦਾ ਡਰ ਖਤਮ ਹੋ ਜਾਂਦਾ ਹੈ, ਆਵਾਗਮਨ ਦੇ ਚੱਕਰ ਤੋਂ ਬੰਦਾ ਨਿਕਲ ਜਾਂਦਾ ਹੈ। ਜਦੋਂ ਪੱਲਾ ਗੁਰੂ ਗ੍ਰੰਥ ਸਾਹਿਬ ਦਾ ਫੜ ਲਿਆ ਫਿਰ ਭਟਕਣਾ ਖਤਮ ਹੋਵੇਗੀ ਜੀ, ਆਪ ਹੀ ਹੋ ਜਾਊਗੀ। ਸੋਚ ਕੇ ਵੇਖੋ, ਜਦੋਂ ਹਰ ਇੱਕ ਬੰਦਾ ਆਪਣੇ ਜੀਵਨ 'ਤੇ ਗੱਲ ਲਾ ਕੇ ਵੇਖੇ ਵੀ ਜਦੋਂ ਸਾਡੇ ਕੋਲ ਗੁਰਬਾਣੀ ਦਾ ਗਿਆਨ ਨਹੀਂ ਸੀ, ਸਮਝ ਨਹੀਂ ਸੀ, ਉਦੋਂ ਕਿੰਨੇ ਕਰਮਕਾਂਡ ਕਰਦੇ ਸੀ, ਜਿਵੇਂ ਕਿਸੇ ਨੇ ਕਹਿ ਦਿੱਤਾ ਉਵੇਂ ਕਰ ਲੈਂਦੇ ਸੀ। ਪਰ ਜਦੋਂ ਖੁਦ ਬਾਣੀ ਪੜ੍ਹਨ ਵਾਲੇ ਪਾਸੇ ਚੱਲੇ, ਬਾਣੀ ਸਮਝਣ ਵਾਲੇ ਪਾਸੇ ਚੱਲੇ, ਫਿਰ ਜ਼ਿੰਦਗੀ ਜਿਉਣ ਦਾ ਨਜ਼ਰੀਆ ਬਦਲ ਗਿਆ, ਢੰਗ ਹੀ ਬਦਲ ਗਿਆ। ਇਸ ਕਰਕੇ ਮਹਾਰਾਜ ਕਹਿ ਰਹੇ ਨੇ, ਸਭ ਅੰਦੇਸ਼ੇ ਮਿਟ ਗਏ, ਜਮ ਕਾ ਪਉ ਛੁੱਟ। ਸਾਰੇ ਚਿੰਤਾ ਝੋਰੇ ਮਿਟ ਗਏ ਨੇ, ਜਮਾਂ ਦਾ ਜਿਹੜਾ ਡਰ ਸੀ ਉਹ ਵੀ ਨਿਕਲ ਗਿਆ, ਛੁੱਟ ਗਿਆ। ਕਾਮ ਕ੍ਰੋਧ ਬੁਰਾਈਆਂ ਸੰਗ ਸਾਧੂ ਟੁੱਟ। ਅੰਦਰ ਦਾ ਜਿਹੜਾ ਕਾਮ ਸੀ, ਅੰਦਰ ਦਾ ਜਿਹੜਾ ਕ੍ਰੋਧ ਸੀ, ਅੰਦਰ ਦੀਆਂ ਬੁਰਾਈਆਂ, ਭੈੜੀ ਸੋਚ, ਕਲਯੁਗ ਇਹਦਾ ਨਾਮ ਹੀ ਹੈ ਜੀ, ਭੈੜੀ ਸੋਚ ਦਾ ਨਾਮ ਹੀ ਕਲਯੁਗ ਹੈ। ਕਦੇ ਕਾਮੀ ਬਣਦਾ ਸੀ, ਕਦੇ ਕ੍ਰੋਧੀ ਬਣਦਾ ਸੀ। ਕਾਮ ਦਾ ਅਰਥ ਪਤਾ ਕੀ ਹੁੰਦਾ ਹੈ? ਬਾਣੀ ਦੇ ਅੰਦਰ ਜਦੋਂ ਅਸੀਂ ਪੜ੍ਹਾਂਗੇ, ਆਪਣੇ ਮਨ ਅੰਦਰ ਮੰਦੀਆਂ ਕਾਮਨਾਵਾਂ ਨੂੰ ਜਨਮ ਦੇ ਦੇਣਾ। ਮੰਦੀ ਕਾਮਨਾਵਾਂ ਹੁੰਦੀ ਹੈ ਜੀ, ਕਿਸੇ ਦਾ ਮਾੜਾ ਸੋਚਣਾ, ਮਾੜਾ ਕਰਨਾ। ਪਾਤਸ਼ਾਹ ਜੀ ਕਹਿ ਰਹੇ ਨੇ, ਕਾਮ ਕ੍ਰੋਧ ਬੁਰਾਈਆਂ ਸੰਗ ਸਾਧੂ ਟੁੱਟ। ਗੁਰੂ ਸਾਧੂ ਦਾ ਪੱਲਾ ਫੜ ਕੇ ਅੰਦਰੋਂ ਸਭ ਕੁਝ ਨਿਕਲ ਕੇ ਆਏ। ਅੱਗੇ ਮਹਾਰਾਜ ਕਹਿ ਰਹੇ ਨੇ, ਬਿਨ ਸੱਚੇ ਦੂਜਾ ਸੇਵਦੇ। ਇਹ ਗੱਲ ਧਿਆਨ ਨਾਲ ਪੜ੍ਹਿਓ ਜੀ। ਬਿਨ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ। ਪਾਤਸ਼ਾਹ ਜੀ ਕਹਿੰਦੇ, ਇੱਥੇ ਇੱਕ ਉਦਾਹਰਨ ਦਿੱਤੀ ਹੈ ਜੀ। ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਬਾਣੀ ਅੰਦਰ ਕਹਿ ਰਹੇ ਨੇ, ਜੋ ਮਨੁੱਖ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਸੇਵਾ ਕਰਦੇ ਨੇ, ਹੋਰ ਨੂੰ ਮੰਨਦੇ ਨੇ, ਸਿੱਧੇ ਸ਼ਬਦ ਲਿਖੇ ਗੁਰੂ ਸਾਹਿਬ ਨੇ ਜੀ, ਉਹ ਪਾਤਸ਼ਾਹ ਜੀ ਕਹਿੰਦੇ ਵੋਟ ਹੋ ਕੇ, ਭਾਵ ਨਿਆਸਰੇ ਮਰਦੇ ਹਨ। ਕਈ ਵਾਰ ਜਦੋਂ ਕਿੱਸਾ ਆਪਾਂ ਉਦਾਹਰਨ ਦਿੱਤੀ ਹੈ ਜੀ, ਵੋਟ, ਨਿੱਕੇ ਨਿੱਕੇ ਵੋਟ ਹੁੰਦੇ ਨੇ, ਬੱਚੇ ਹੁੰਦੇ ਨੇ ਜਿਹੜੇ, ਜਦੋਂ ਉਹ ਇਕੱਲੇ ਰਹਿ ਜਾਂਦੇ ਨੇ ਨਾ, ਜਦੋਂ ਉਹਨਾਂ ਦਾ ਕੋਈ ਆਸਰਾ ਨਹੀਂ ਹੁੰਦਾ, ਉਹ ਕਈ ਵਾਰ ਮਰ ਜਾਂਦੇ ਨੇ। ਉਹਨਾਂ ਨੂੰ ਦੂਸਰਾ ਪੰਛੀ ਆ ਕੇ ਚੱਕ ਕੇ ਲੈ ਜਾਂਦਾ, ਖਾ ਜਾਂਦਾ ਹੈ। ਗੁਰੂ ਸਾਹਿਬ ਨੇ ਮਨੁੱਖ ਦੀ ਗੱਲ ਕੀਤੀ ਹੈ, ਸਾਡੀ ਗੱਲ ਕੀਤੀ ਹੈ। ਜਦੋਂ ਅਸੀਂ ਇੱਕ ਪ੍ਰਮਾਤਮਾ ਦੇ ਆਸਰੇ ਨੂੰ ਛੱਡਤਾ ਨਾ, ਨਿਆਸਰੇ ਹੋ ਗਏ। ਸਾਨੂੰ ਵੀ ਪਤਾ ਨਹੀਂ ਕਿਸ ਤਰ੍ਹਾਂ, ਕਿਹੜੇ ਪੱਖ ਤੋਂ ਅਸੀਂ ਮਰ ਜਾਂਦੇ ਹਾਂ, ਡਿੱਗ ਜਾਂਦੇ ਹਾਂ। ਪਾਤਸ਼ਾਹ ਜੀ ਕਹਿ ਰਹੇ ਨੇ, ਬਿਨ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ। ਜਿਹੜੇ ਸੱਚੇ, ਸੱਚ ਤੋਂ ਬਿਨਾਂ ਦੂਜੇ ਦੀ ਸੇਵਾ ਕਰਦੇ ਨੇ। ਦੂਜਾ ਕੋਈ ਵੀ ਹੋ ਸਕਦਾ ਜੀ, ਕੋਈ ਚਾਰ ਇੱਟਾਂ ਨੂੰ ਮੰਨ ਕੇ ਬੈਠਾ ਹੈ, ਕੋਈ ਕਿਸੇ ਦਰਖਤ ਨੂੰ ਮੰਨ ਕੇ ਬੈਠਾ ਹੈ, ਕੋਈ ਕਿਸੇ ਕਬਰ ਨੂੰ ਮੰਨ ਕੇ ਬੈਠਾ ਹੈ। ਹੈਗਾ ਕੁਝ ਨਹੀਂ ਹੈ, ਇੱਕ ਮਨ ਦਾ ਡਰ ਬਣਿਆ ਹੋਇਆ ਹੈ, ਨਿਕਲਦਾ ਨਹੀਂ ਸਾਡੇ ਚੋਂ। ਕਿੰਨੇ ਵਾਰ ਆਪਾਂ ਜੇ ਗੁਰੂ ਗ੍ਰੰਥ ਸਾਹਿਬ ਨੂੰ ਪਿਓ ਮੰਨਦੇ ਆ, ਗੁਰੂ ਮੰਨਦੇ ਆ, ਗੁਰੂ ਤਾਂ ਇਹ ਚੀਜ਼ਾਂ ਨੂੰ ਮਾਨਤਾ ਦਿੰਦਾ ਹੀ ਨਹੀਂ, ਗੁਰੂ ਤਾਂ ਰੱਦ ਕਰਦਾ ਸਾਰੀਆਂ ਚੀਜ਼ਾਂ। ਨਿਧੜਕ ਹੋ ਕੇ ਇਹਨਾਂ ਗੱਲਾਂ ਨੂੰ ਮੰਨੀਏ, ਕਬੂਲ ਕਰੀਏ। ਆਪਣੇ ਪਹਿਲਾਂ, ਸਭ ਤੋਂ ਪਹਿਲਾਂ ਆਪਣੇ ਮਨਾਂ ਅੰਦਰੋਂ ਇਹ ਚੀਜ਼ਾਂ ਢਾਈਏ। ਜਦੋਂ ਮਨ ਅੰਦਰੋਂ ਸਾਰੀਆਂ ਚੀਜ਼ਾਂ ਢਹਿ ਗਈਆਂ, ਫਿਰ ਬਾਹਰ ਆਪੇ ਢਹਿ ਜਾਣੀਆਂ ਨੇ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਮਨ ਦੀ ਮਜ਼ਬੂਤੀ ਦਿੱਤੀ ਹੈ। ਅੱਗੇ ਮਹਾਰਾਜ ਕਹਿ ਰਹੇ, ਨਾਨਕ ਕਉ ਗੁਰ ਬਖਸ਼ਿਆ ਨਾਮੈ ਸੰਗ ਜੁੱਟ। ਪਾਤਸ਼ਾਹ ਜੀ ਕਹਿ ਰਹੇ ਨੇ, ਜਿਸ ਮਨੁੱਖ 'ਤੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਰਹਿਮਤ ਕਰ ਦਿੱਤੀ, ਉਹ ਨਿਰੋਲ ਹੋ ਜਾਂਦਾ ਹੈ ਅਤੇ ਉਸ ਨਾਮ ਰੂਪੀ ਧਨ ਨੂੰ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਨੂੰ ਸਵਾਰ ਲੈਂਦਾ। ਗੁਰੂ ਕਿਰਪਾ ਕਰੇ ਜੀ। ਅਸੀਂ ਲੜੀਵਾਰ ਵਿਚਾਰ ਜਿਹੜੀ ਆਪਾਂ ਇੱਕ ਰੂਟੀਨ ਦੇ ਵਿੱਚ ਕਰਦੇ ਹਾਂ, ਆਪਾਂ 315 ਅੰਕ 'ਤੇ ਪਹੁੰਚੇ ਹਾਂ ਜੀ। ਲੜੀਵਾਰ ਵਿਚਾਰ ਕਰਦੇ ਕਰਦੇ ਕਾਫੀ ਲੰਮਾ ਸਮਾਂ ਲੱਗ ਸਕਦਾ, ਸਾਲਾਂ ਬੱਧੀ ਟਾਈਮ ਲੱਗ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਵਿਆਖਿਆ ਤੱਕ। 1430 ਅੰਕ ਨੇ, ਆਪਾਂ 315 ਅੰਕ 'ਤੇ ਪਹੁੰਚੇ ਹਾਂ। ਹੌਲੀ ਹੌਲੀ ਇਸੇ ਤਰ੍ਹਾਂ ਆਪਾਂ ਗੁਰੂ ਕਿਰਪਾ ਬਣਾਈ ਰੱਖੇ, ਲੜੀਵਾਰ ਵਿਚਾਰ ਨਾਲ ਜੁੜੇ ਰਹੀਏ। ਆਪਾਂ ਰੋਜ਼ਾਨਾ ਇੱਕ ਪੌੜੀ ਤੇ 2 ਸ਼ਲੋਕਾਂ ਦੀ ਵਿਚਾਰ ਕਰਦੇ ਹਾਂ। ਬਾਰ ਗੌੜੀ ਕੀ ਬਾਰ, ਮਹੱਲਾ ਚੌਥਾ। ਇਹ ਲੜੀਵਾਰ ਵਿਚਾਰ ਚੱਲ ਰਹੀ ਹੈ ਜੀ, ਗੌੜੀ ਰਾਗ ਦੀ। ਗੁਰੂ ਕਿਰਪਾ ਕਰੇ ਕੱਲ ਨੂੰ ਅਗਲੇਰੀ ਪੌੜੀ ਤੇ ਅਗਲੇ ਸ਼ਲੋਕਾਂ ਦੀ ਵਿਚਾਰ ਕਰਾਂਗੇ। ਇੱਥੇ ਲੜੀਵਾਰ ਵਿਚਾਰ ਸਮਾਪਤ ਹੁੰਦੀ ਹੈ ਜੀ। ਜਿਹੜੀ ਆਪਾਂ ਰੋਜ਼ਾਨਾ ਰੂਟੀਨ ਦੇ ਵਿੱਚ ਗੱਲ ਕਰਦੇ ਹਾਂ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਬਾਰੇ।
ਕੱਲ ਆਪਾਂ ਉਹਨਾਂ ਦੇ ਜੀਵਨ ਬਾਰੇ ਕੁਝ ਗੱਲਾਂ ਕੀਤੀਆਂ ਸੀ, ਵਿਚਾਰਾਂ ਕੀਤੀਆਂ ਸੀ, ਜੋਤੀ ਸਮਾਉਣ ਬਾਰੇ ਗੱਲ ਕੀਤੀ ਸੀ। ਸਤਿਗੁਰੂ ਮਹਾਰਾਜ ਨੇ ਗੁਰਤਾ ਗੱਦੀ ਅੱਗੇ ਦੇ ਦਿੱਤੀ ਹੈ। ਇਹ ਕਿ ਲਈ ਉਹਨਾਂ ਦਾ ਜੀਵਨ ਆਪਾਂ ਇੱਕ ਲੜੀ ਦੇ ਵਿੱਚ ਵਿਚਾਰ ਚੁੱਕੇ ਹਾਂ ਜੀ। ਸਮਾਪਤੀ ਉਹਨਾਂ ਦੇ ਜੀਵਨ ਦੀ, ਜੋ ਉਹਨਾਂ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ, ਸੂਝ ਦਿੱਤੀ ਹੈ, ਉਹਦੇ ਬਾਣੀ ਉੱਤੇ ਚੱਲ ਕੇ ਆਪਣੇ ਆਪੇ ਨੂੰ, ਜੀਵਨ ਨੂੰ ਸਵਾਰੀਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਵਿੱਚੋਂ, ਗੁਰਬਾਣੀ ਵਿੱਚੋਂ ਆਪਾਂ ਪੜ੍ਹਦੇ ਵਿਚਾਰਦੇ ਹਾਂ। ਸ਼ਬਦ ਗੁਰੂ ਦਾ ਜਿਹੜਾ ਸਿਧਾਂਤ ਹੈ, ਸਾਡਾ ਗੁਰੂ ਸ਼ਬਦ ਹੈ, ਸਾਡਾ ਗੁਰੂ ਗਿਆਨ ਹੈ, ਸਾਡਾ ਗੁਰੂ ਗੁਰੂ ਗ੍ਰੰਥ ਹੈ। ਸਰੀਰ ਨੂੰ ਮਾਨਤਾ ਕਿਤੇ ਨਹੀਂ ਬਾਣੀ ਵਿੱਚ ਦਿੱਤੀ ਗਈ। ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਜੀਵਨ ਵਿੱਚ ਦੁਨੀਆ ਦੇ ਸਨਮੁਖ ਸ਼ਬਦ ਰੱਖਿਆ, ਸ਼ਬਦ ਦੀ ਵਿਚਾਰ ਰੱਖੀ, ਇੱਕ ਵਿਲੱਖਣ ਸਿਧਾਂਤ ਰੱਖਿਆ ਮਹਾਰਾਜ ਨੇ। ਤੁਸੀਂ ਦੇਖੋ ਜੀ, ਗੁਰੂ ਰਾਮਦਾਸ ਮਹਾਰਾਜ ਕਿੰਨਾ ਹਾਲਾਤਾਂ ਵਿੱਚ ਪੈਦਾ ਹੋਏ ਨੇ। ਹਰ ਇੱਕ ਬੰਦੇ ਨੂੰ, ਆਮ ਤੋਂ ਆਮ ਬੰਦੇ ਨੂੰ ਸਿੱਖਿਆ ਲੈਣੀ ਬਣਦੀ ਹੈ। ਜਦੋਂ ਛੋਟੀ ਉਮਰ ਸੀ, ਮਾਤਾ ਪਿਤਾ ਚੜ੍ਹਾਈ ਕਰ ਗਏ, ਨਾਨੀ ਦੇ ਕੋਲ ਰਹਿ ਕੇ ਜੀਵਨ ਬਸ਼ਰ ਕੀਤਾ, ਬਤੀਤ ਕੀਤਾ ਉਹਨਾਂ ਨੇ। ਭਾਈ ਜੇਠਾ ਜੀ ਦੇ ਰੂਪ ਅੰਦਰ, ਉਹੀ ਭਾਈ ਜੇਠਾ ਇੱਕ ਸਮਾਂ ਉਹ ਵੀ ਹੈ ਜਦੋਂ ਗਲੀਆਂ ਦੇ ਵਿੱਚ ਘੁੰਗਣੀਆਂ ਵੇਚ ਕੇ ਆਪਣਾ ਟਾਈਮ ਪਾਸ ਕੀਤਾ। ਸਮਾਂ ਬਤੀਤ ਹੁੰਦਾ ਗਿਆ, ਗੁਰੂ ਅਮਰਦਾਸ ਮਹਾਰਾਜ ਦਾ ਸੰਗ ਪ੍ਰਾਪਤ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਰਹਿ ਕੇ ਬੜਾ ਲੰਮਾ ਸਮਾਂ ਸੇਵਾ ਕੀਤੀ ਹੈ। ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠੇ ਨੂੰ ਗੁਰੂ ਰਾਮਦਾਸ ਬਣਾ ਦਿੱਤਾ। ਕਿੱਡੀ ਵੱਡੀ ਉਪਾਧੀ ਕਹਿ ਲਓ, ਕਿੱਡੀ ਵੱਡੀ ਬਖਸ਼ਿਸ਼ ਕਹਿ ਲਓ, ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠੇ ਨੂੰ ਇੱਕ ਸੇਵਾਦਾਰ ਨੂੰ ਦਿੱਤੀ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਉਹਨਾਂ ਦੇ ਮੁਖਾਰ ਬਿੰਦ ਤੋਂ ਸ਼ਬਦ ਕਿਉਂ ਪਤਾ ਨਿਕਲੇ ਸੀ? ਮਹਾਰਾਜ ਸਾਡੀ ਕੋਈ ਬਾਤ ਨਹੀਂ ਪੁੱਛਦਾ ਸੀ। ਮਹਾਰਾਜ ਤੁਸੀਂ ਬਾਬੇ ਨਾਨਕ ਦੇ ਘਰ ਦੀ ਕਿੱਡੀ ਵੱਡੀ ਜ਼ਿੰਮੇਵਾਰੀ ਮੈਨੂੰ ਦੇ ਦਿੱਤੀ ਹੈ, ਕਿੱਡਾ ਵੱਡਾ ਜ਼ਿੰਮੇਵਾਰ ਮੈਨੂੰ ਤੁਸੀਂ ਸਮਝਿਆ। ਸਤਿਗੁਰੂ ਮਹਾਰਾਜ ਸ਼ੁਕਰਗੁਜ਼ਾਰ ਉਸ ਅਕਾਲ ਪੁਰਖ ਵਾਹਿਗੁਰੂ ਦਾ। ਉਹੀ ਭਾਈ ਜੇਠਾ ਜੀ ਗੁਰੂ ਰਾਮਦਾਸ ਮਹਾਰਾਜ ਦੇ ਰੂਪ ਵਿੱਚ ਅੱਗੇ ਉਹਨਾਂ ਦਾ ਆਨੰਦ ਕਾਰਜ ਹੁੰਦਾ ਵੀ ਭਾਨੀ ਜੀ ਨਾਲ। ਅੱਗੇ ਜੋ ਪ੍ਰਚਾਰ ਦੇ ਖੇਤਰ ਦੀ ਗੱਲ ਕਰ ਲਓ, ਸਿੱਖੀ ਦੇ ਖੇਤਰ ਦੀ ਗੱਲ ਕਰ ਲਓ, ਹਰ ਇੱਕ ਖੇਤਰ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਪ੍ਰਚਾਰ ਪ੍ਰਸਾਰ ਕੀਤਾ ਜੀ। ਬਹੁਤ ਜ਼ਿਆਦਾ ਲੰਮਾ ਸਮਾਂ ਉਹਨਾਂ ਨੇ ਸੇਵਾ ਵੀ ਕੀਤੀ ਹੈ। ਕੇਵਲ 7 ਸਾਲ ਉਹ ਗੁਰਤਾ ਗੱਦੀ ਤੇ ਰਹਿੰਦੇ ਨੇ ਅਤੇ 47 ਸਾਲ ਦੀ ਉਮਰ ਦੇ ਵਿੱਚ ਜੀ, 47 ਸਾਲ ਦੀ ਉਮਰ ਦੇ ਵਿੱਚ ਉਹ ਅਕਾਲ ਚਲਾਣਾ ਕਰ ਜਾਂਦੇ ਨੇ, ਜੋ ਜੋਤੀ ਤੋਂ ਸਮਾ ਜਾਂਦੇ ਨੇ। 3 ਪੁੱਤਰ ਸੀ ਉਹਨਾਂ ਦੇ, ਬਾਬਾ ਪ੍ਰਿਥੀ ਚੰਦ, ਬਾਬਾ ਅਰਜਨ ਸਾਹਿਬ ਜੀ ਤੇ ਬਾਬਾ ਮਹਾਦੇਵ ਜੀ। ਜਦੋਂ ਗੁਰਤਾ ਗੱਦੀ ਦੀ ਵਾਰੀ ਆਈ ਹੈ, ਗੁਰਤਾ ਗੱਦੀ ਆਪਣੇ ਬੱਚਾ ਲੜੇ ਪੁੱਤਰ ਬਾਬਾ ਅਰਜਨ ਸਾਹਿਬ ਨੂੰ ਦਿੱਤੀ ਗਈ, ਕਿਉਂਕਿ ਉਹਨਾਂ ਦਾ ਲਗਾ ਕਹਿ ਲਓ, ਝੁਕਾਅ ਕਹਿ ਲਓ, ਬਾਣੀ ਵਾਲੇ ਪਾਸੇ ਸੀ। ਪ੍ਰਿਥੀ ਚੰਦ ਦੀ ਕੁਝ ਹੋਰ ਬਿਰਤੀ ਰਹੀ ਹੈ, ਮਹਾਦੇਵ ਦੀ ਕੁਝ ਹੋਰ ਬਿਰਤੀ ਰਹੀ ਹੈ। ਦੋਵਾਂ ਨੇ ਗੁਰਤਾ ਗੱਦੀ ਨਹੀਂ ਪ੍ਰਾਪਤ ਕੀਤੀ। ਗੁਰੂ ਅਰਜਨ ਸਾਹਿਬ ਨੂੰ ਗੁਰਤਾ ਗੱਦੀ ਦੇ ਵਾਰਸ ਬਣਾ ਕੇ ਮਹਾਰਾਜ ਨੇ 5ਵੀਂ ਥਾਂ ਤੇ ਉਹਨਾਂ ਨੂੰ ਨਮਸਕਾਰ ਕੀਤੀ, ਗੁਰੂ ਰਾਮਦਾਸ ਮਹਾਰਾਜ ਨੇ। ਉਸ ਤੋਂ ਬਾਅਦ ਆਪਾਂ ਉਹਨਾਂ ਦੀ ਬਾਣੀ ਬਾਰੇ, ਲਾਮਾ ਬਾਣੀ ਬਾਰੇ ਕੱਲ ਪਰਸੋਂ ਦੇ ਦੀਵਾਨਾਂ ਵਿੱਚ ਵਿਚਾਰ ਕੀਤੀ ਸੀ। ਬਹੁਤ ਕਮਾਲ ਦੇ ਤੇ ਵਿਲੱਖਣ ਸਿਧਾਂਤ ਆਪਾਂ ਨੂੰ ਦਿੱਤੇ ਨੇ। ਬਾਣੀ ਵਿੱਚੋਂ ਪੜ੍ਹਦੇ ਹਾਂ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ, ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਾਤਸ਼ਾਹ ਜੀ ਨੇ ਹਰ ਵੇਲੇ ਇਹ ਗੱਲ ਕੀਤੀ, ਬਾਣੀ ਨੂੰ ਆਪਣਾ ਗੁਰੂ ਮੰਨੀਏ, ਬਾਣੀ ਨੂੰ ਆਪਣਾ ਗੁਰੂ ਸਵੀਕਾਰ ਕਰੀਏ, ਗੁਰੂ ਕਿਰਪਾ ਕਰੇਗਾ ਜੀ। ਇੰਨੀ ਬੇਨਤੀ ਕਰਿਓ ਪ੍ਰਵਾਨ। ਅਗਲੇ ਦੀਵਾਨਾਂ ਵਿੱਚ ਆਪਾਂ ਗੁਰੂ ਕਿਰਪਾ ਬਣਾਈ ਰੱਖੇ। ਗੁਰੂ ਅਰਜਨ ਸਾਹਿਬ ਦੇ ਜੀਵਨ ਬਾਰੇ ਲੜੀ ਵਿੱਚ ਆਪਾਂ ਵਿਚਾਰ ਕਰਾਂਗੇ। ਲੜੀ ਵਾਰ ਆਪਾਂ ਗੁਰੂ ਨਾਨਕ ਸਾਹਿਬ ਦਾ ਜੀਵਨ, ਗੁਰੂ ਅੰਗਦ ਸਾਹਿਬ ਦਾ ਜੀਵਨ, ਗੁਰੂ ਅਮਰਦਾਸ ਮਹਾਰਾਜ ਦਾ ਜੀਵਨ, ਗੁਰੂ ਰਾਮਦਾਸ ਮਹਾਰਾਜ ਦਾ ਜੀਵਨ, 4 ਪਾਤਸ਼ਾਹੀਆਂ ਦਾ ਜੀਵਨ ਆਪਾਂ ਲੜੀ ਵਾਰ ਵਿਚਾਰ ਚੁੱਕੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਗੁਰੂ ਅਰਜਨ ਸਾਹਿਬ ਦੇ ਜੀਵਨ ਬਾਰੇ ਵਿਚਾਰਾਂ ਸਾਂਝੀਆਂ ਕਰਾਂਗੇ। ਨਹੀਂ ਕਰਿਓ ਬੇਨਤੀ ਪ੍ਰਵਾਨ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਮਾਨ ਜੀਓ ਪਿੰਡ ਸਾਹਿਬ।